ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਬਹੁਤ ਸ਼ਲਾਘਾਯੋਗ ਹੈ। ਸੰਗਤਾਂ ਨੂੰ ਬੇਨਤੀ ਹੈ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੋਵੇ ਇਹ ਉਪਰਾਲਾ ਆਪ ਸੰਗਤਾਂ ਵਾਸਤੇ ਹੈ। ਸਤਸੰਗ ਦੀਆਂ ਘੜੀਆਂ ਔਰ ਗੁਰੂ ਜਸ ਸਰਵਣ ਕਰਕੇ ਅਸੀਂ ਇਹ ਜਨਮ ਸਫਲਾ ਕਰਨਾ ਹੈ। ਸੋ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੋਵੇ ਆਪ ਕਿਰਪਾ ਕਰੋ ਗੁਰੂ ਹਜ਼ੂਰੀ ਵਿੱਚ ਆਉਣ ਦੀ, ਬੈਠਣ ਦੀ ਔਰ ਆਜਸ ਕਰਨ ਔਰ ਸਰਵਣ ਕਰਨ ਦੀ ਇੱਜ਼ਤ ਕਰੋ ਤਾਂ ਜੋ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਹੋ ਸਕਣ। ਆਪ ਸਮੂਹ ਸੰਗਤ ਦਾਸਾਂ ਵੱਲੋਂ ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਅਨੰਤ ਮੁਬਾਰਕਾਂ ਹੋਣ ਜੀ। ਗੁਰੂ ਸਾਹਿਬ ਕਿਰਪਾ ਕਰਨ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ। ਖਾਦ ਪਦਾਰਥ ਬਹੁਤ ਨੇ ਮੇਰੇ ਕੋਲ। ਹਾਂ, ਮੈਂ ਤੇ ਬਾਲਕੇ ਦੇ ਦਰਸ਼ਨ ਕਰਨੇ। ਤਵਾਰੀਖ ਲਿਖਦੀ ਜੀ ਉਹ ਗੁਰੂਆਂ ਜੀ ਬਹਿ ਗਿਆ। ਉਹ ਕਹਿੰਦਾ ਮੈਂ ਨਹੀਂ ਦੇਖ ਲੈਣਾ। ਪ੍ਰਸ਼ਾਦਾ ਲਿਆਏ ਛਕਣ ਵਾਸਤੇ, ਕਹਿੰਦਾ ਮੈਂ ਨਹੀਂ ਛਕਣਾ। ਬਸਤਰ ਲਿਆਏ ਭੇਟ ਕਰਨ ਵਾਸਤੇ, ਕਹਿੰਦਾ ਮੈਨੂੰ ਨਹੀਂ ਚਾਹੀਦੇ। ਕਈ ਪਹਿਰ ਗੁਰੂ ਸਵਾਰਿਓ ਸੈਯਦ ਭੀਖਨ ਸ਼ਾਹ ਬਰੂਹਾਂ 'ਚ ਹੀ ਬੈਠਾ ਰਿਹਾ। ਤੇ ਜੇ ਦਰਸ਼ਨ ਕਰਨੇ ਹੋਣ ਨਾ ਮਾਲਕ ਦੇ, ਬਹਿਣਾ ਹੀ ਬਰੂਹਾਂ ਤੇ ਦਹਲੀਜ਼ ਦੇ ਵਿੱਚ ਬੈਠਾ ਹੈ। ਜੇ ਪਿਆਰੇ ਦੇ ਨਾਲ ਮਿਲਾਪ ਕਰਨਾ ਹੈ, ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ, ਵੀ ਕਿਤੇ ਤੇ ਬਰੂਹੇ ਦੇ ਵਿੱਚ ਦੀ ਗੁਜ਼ਰੂ ਗਈ ਲੰਘੂ ਗਈ, ਉਹਦੀ ਝਲਕ ਨੇਤਰਾਂ ਦੇ ਉੱਤੇ ਪਏਗੀ ਸਹੀ। ਵਾਹਿਗੁਰੂ ਦੀ ਏਡੀ ਡਾਢੀ ਕਿਰਪਾ। ਪਤਾ ਨਹੀਂ ਉਹਨੇ ਅੰਦਰੋਂ ਕਿਹੜੀ ਭਾਵਨਾ ਦੇ ਨਾਲ ਬਾਜਾਂ ਮਾਰੀਆਂ। ਬਾਲਾ ਪ੍ਰੀਤਮ ਵਸਿਆ ਚੋਜ ਕੀਤਾ। ਮਾਮਾ ਕਿਰਪਾਲ ਚਰ ਜੀ ਅੱਗੇ ਗਏ। ਉਹਨਾਂ ਮਾਤਾ ਨਾਨਕੀ ਨੂੰ ਬੇਨਤੀ ਕੀਤੀ ਵੀ ਉਹ ਬੈਠਾ ਹੈ ਦਹਲੀਜ਼ ਤੇ। ਬੇਬੇ ਨਾਨਕੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਆਖਿਆ ਵੀ ਵੱਡੇ ਕਮਰੇ ਦੇ ਵਿੱਚ ਵੱਡਾ ਪਲੰਘਾ ਲਾਓ। ਪਲੰਘਾ ਲਾਇਆ, ਆਸਣ ਵਿਛਿਆ, ਸੱਚੀ ਸਰਕਾਰ ਨੂੰ ਲਿਆਂਦਾ। ਉਹਨੇ ਜੀ ਦੋਨੋਂ ਕੁੱਜੀਆਂ ਮੇਰੀ ਸੱਚੀ ਸਰਕਾਰ ਦੇ ਸਾਹਮਣੇ ਰੱਖ ਦਿੱਤੀਆਂ। ਦੇਖੋ, ਸਰੀਰ ਕਰਕੇ ਗੋਬਿੰਦ ਰਾਏ ਸਾਹਿਬ ਜੀ ਬਹੁਤ ਛੋਟੀ ਆਰਮਲਾ ਦੇ ਨੇ, ਪਰ ਜੇਕਰ ਉਹਨਾਂ ਦਾ ਤਜਰਬਾ ਤੇ ਉਹਨਾਂ ਦੀ ਬੰਦਗੀ ਵੇਖੀਏ, ਪੜ੍ਹ ਲਓ ਮਹਾਰਾਜ ਜੀ ਦੀ ਬਾਣੀ, ਕਹਿੰਦੇ ਉਹ ਬੰਦਗੀ ਦੀ ਉਹ ਤਜਰਬਾ ਬੜਾ ਡਾਢਾ ਹੈ। ਜਦੋਂ ਉਹਨੇ ਦੋਨੋਂ ਕੁੱਜੀਆਂ ਲੈ ਲਈਆਂ ਜੀ, ਮਹਾਰਾਜ ਜੀ ਨੇ ਏਦਾਂ ਹੱਥ ਰੱਖੇ, ਇੱਕ 'ਚ ਦੁੱਧ ਸੀ, ਇੱਕ 'ਚ ਪਾਣੀ। ਉਹ ਪਰਖਣ ਦਾ ਆਪਣਾ ਐਂਗਲ ਸੀ ਉਸਦਾ ਸੰਤ ਦਾ। ਉਹ ਕਹਿੰਦਾ ਜੇ ਤੇ ਕੁੱਜੀ ਇੱਕ ਤੇ ਹੱਥ ਰੱਖਣਗੇ ਦੁੱਧ ਵਾਲੀ, ਤੇ ਮੈਂ ਆਖੂੰਗਾ ਵੀ ਇਹ ਮੁਸਲਮਾਨਾਂ ਦੇ, ਤੇ ਜੇ ਪਾਣੀ ਵਾਲੇ ਤੇ ਹੱਥ ਰੱਖਣਗੇ ਮੈਂ ਆਖੂੰਗਾ ਜੀ ਇਹ ਹਿੰਦੂਆਂ ਦੇ। ਮਹਾਰਾਜ ਨੇ ਦੋਨਾਂ ਤੇ ਹੱਥ ਰੱਖ ਲਿਆ ਵੀ ਇਹ ਦੋਨੋਂ ਹੀ ਮੇਰੇ ਆ, ਹੈ ਨਾ। ਇੱਕ ਹੀ ਨੈਣ, ਇੱਕ ਹੀ ਭੈਣ। ਹੁਣ ਮੁਸਲਮਾਨ ਦੀ ਕੋਈ ਚਾਰ ਅੱਖਾਂ ਥੋੜੀ ਹੁੰਦੀ, ਹਿੰਦੂ ਦੀ ਕੋਈ ਇੱਕ ਥੋੜੀ। ਅੱਖਾਂ ਵੀ ਇੱਕੋ ਜੀਆਂ, ਵੇਖਣ ਦੀ ਦ੍ਰਿਸ਼ਟੀ ਵੀ ਇੱਕੋ ਜਿਹੀ, ਕੰਨ ਵੀ ਇੱਕੋ ਜਿਹੇ। ਤੇ ਨਫ਼ਰਤਾਂ ਦੀਆਂ ਦੀਵਾਰਾਂ ਨੇ ਜਿਹੜੀਆਂ ਧਰਮਾਂ ਦੇ ਲੋਕਾਂ ਨੇ ਖੜੀਆਂ ਕੀਤੀਆਂ ਹੋਈਆਂ ਨੇ। ਵਰਨਾ ਨਫ਼ਰਤਾਂ ਨੂੰ ਛੱਡ ਦਈਏ ਤੇ ਹਰੇਕ ਇਨਸਾਨ ਦੇ ਹਿਰਦੇ ਦੇ ਵਿੱਚ ਇਨਸਾਨੀਅਤ ਹੀ ਵੇਖਣ ਨੂੰ ਮਿਲੂਗੀ। ਮਹਾਰਾਜ ਜੀ ਨੇ ਦੁੱਧ ਤੇ ਪਾਣੀ ਜਿਹੜਾ ਸੀ ਦੋਨੋਂ ਕੁੱਜੀਆਂ ਦਾ ਰੇੜਦੀਆਂ। ਦੁੱਧ ਦੇ ਵਿੱਚੋਂ ਵਾਹਿਗੁਰੂ ਜੀ ਨਿਕਲ ਆਇਆ, ਪਾਣੀ ਦੇ ਵਿੱਚੋਂ ਪਾਣੀ ਨਿਕਲ ਆਇਆ, ਦੁੱਧ ਵਾਲੀ ਕੁੱਜੀ 'ਚੋਂ ਦੁੱਧ ਨਿਕਲ ਆਇਆ। ਮਾਲਕ ਕਹਿੰਦੇ ਮੈਂ ਧਰਮਾਂ ਨੂੰ ਕੁੱਜੀਆਂ ਵਿੱਚ ਬੰਦ ਕਰਨ ਵਾਸਤੇ ਨਹੀਂ ਆਇਆ, ਮੈਂ ਇਹਨਾਂ ਦੀਵਾਰਾਂ ਨੂੰ ਤੋੜਨ ਵਾਸਤੇ ਆਇਆ। ਇਹਨਾਂ ਦੇ ਵਿੱਚੋਂ ਇੱਕ ਨਵਾਂ ਇਨਕਲਾਬ, ਇਹਨਾਂ ਵਿੱਚੋਂ ਇੱਕ ਨਵੀਂ ਕ੍ਰਾਂਤੀ ਪੈਦਾ ਕਰਾਂਗਾ ਮੈਂ ਪ੍ਰਗਟਿਓ ਮਰਦ ਕਪੜਾ। ਉਦੋਂ ਹੀ ਸੈਯਦ ਨੂੰ ਪਤਾ ਲੱਗ ਗਿਆ ਵੀ ਇਹ ਕੋਈ ਆਮ ਮਾਮੂਲੀ ਨੇ। ਉੱਥੇ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਬੜੇ ਹੀ ਕੌਤਕ ਹੋਏ। ਮਹਾਰਾਜ ਜੀ ਰੋਜ਼ ਗੰਗਾ ਦੇ ਕਿਨਾਰੇ ਚੱਲ ਜਾਂਦੇ ਤੇ ਉੱਥੇ ਇੱਕ ਪੰਡਤ ਰਹਿੰਦਾ ਜੀ, ਉਹਦਾ ਨਾਮ ਹੈ ਪੰਡਤ ਸ਼ਿਵਦਾਸ। ਉਹ ਸ੍ਰੀ ਕ੍ਰਿਸ਼ਨ ਦਾ ਉਪਾਸ਼ਕ ਹੈ। ਤੇ ਬੱਚਾ ਕਿਸੇ ਦਾ ਵੀ ਹੋਵੇ ਜੀ ਪਿਆਰਾ ਲੱਗਦਾ, ਬੜਾ ਸੋਹਣਾ ਲੱਗਦਾ, ਤੋਤਲੀਆਂ ਗੱਲਾਂ ਕਰਦਾ। ਫਿਰ ਸੱਚੀ ਸਰਕਾਰ ਦਾ ਪ੍ਰਜੰਦ ਕਿਉਂ ਨਾ ਪਿਆਰਾ ਹੋਵੇ। ਪੰਡਤ ਜੀ ਨੇ ਏਦਾਂ ਅਗਲੇ ਬੰਨੇ ਕਰਮੰਡਲ ਭਰ ਲੈਣਾ, ਚੱਲਦਾ ਅੱਖਾਂ ਬੰਦ ਕਰਕੇ ਗਾਇਤਰੀ ਦਾ ਮੰਤਰ ਪੜ੍ਹਨਾ। ਮਹਾਰਾਜ 2 ਦਿਨ ਜਾਂਦੇ ਰਹੇ, ਤੀਜੇ ਚੌਥੇ ਦਿਨ ਜਾਣ ਪਛਾਣ ਹੋ ਗਈ। ਇਹ ਸਾਡੇ ਸਰੀਰ 'ਚ ਹੀ ਅਸੀਂ ਕਿਸੇ ਨੂੰ ਮਾੜਾ ਜਿਹਾ ਮਿਲ ਲਈਏ ਨਾ, ਮਾੜਾ ਜਿਹਾ ਏਦਾਂ ਲੱਗਦਾ ਸਾਡੀ ਕਈ ਜਨਮਾਂਤਰਾਂ ਦੀ ਸਾਂਝ ਹੈ। ਗੁਰੂ ਪਾਤਸ਼ਾਹ ਜੀ ਨੇ ਪਿਆਰ ਦਾ ਦਾਤ ਹੀ ਕੁਝ ਏਦਾਂ ਦੀ ਸੇਕਣ ਨੂੰ ਦਿੱਤੀ। ਏਦਾਂ ਲੱਗਦਾ ਨਾ ਵੀ ਪਿਛਲੇ ਕਈ ਜਨਮਾਂ ਦੀ ਸਾਂਝ, ਕੋਈ ਜਨਮਾਂਤਰਾਂ ਦਾ ਰਿਸ਼ਤਾ। ਮਹਾਰਾਜ ਜੀ ਨੇ ਤੀਜੇ ਚੌਥੇ ਦਿਨ ਗਏ ਤੇ ਕਰਮੰਡਲ ਮਹਾਰਾਜ ਜੀ ਨੇ ਡੋਲਤਾ। ਪਹਿਲੇ ਦਿਨ ਤੇ ਉਹਨੇ ਮੱਥੇ ਤੇ ਚੂੜੀਆਂ ਪਾਈਆਂ, ਦੂਜੇ ਦਿਨ ਕਹਿੰਦਾ ਚਲੋ ਕੋਈ ਨਹੀਂ, ਬੱਚਾ ਚੰਗਾ ਲੱਗਣ ਲੱਗ ਪਿਆ। ਹੌਲੀ ਹੌਲੀ ਪਿਆਰ ਇੱਥੋਂ ਤੱਕ ਵੱਧ ਗਿਆ। ਉਹਨੇ ਅੱਖਾਂ ਬੰਦ ਕਰਦੀਆਂ, ਮਹਾਰਾਜ ਜੀ ਨੇ ਏਦਾਂ ਅੱਖਾਂ ਦੇ ਉੱਤੇ ਆ ਕੇ ਹੱਥ ਰੱਖ ਦੇਣੇ ਤੇ ਰੋਜ਼ ਕਹਿਣਾ ਪੰਡਿਤ ਜੀ ਮਹਾਰਾਜ ਚਾਹ
पंडित ने दूरों ही महाराज जी को वेख के अखां बंद कर लेणीਆਂ भी इन्ने बहाने वाला प्रीतम जी मेरे कोल ते आउणगे, मेरी अखां दे उत्ते हत्थ ते रखणगे। रोज दा इह सिलसिला रोज दा। एक दिन प्यार इंद्रा को सिर छड़ के बोलिया जी, उन्हें इदां लगा कि जिस कृष्ण दी मैं उपासना करदा बंदगी करदा इहदे विच ते ओ चल घर ते देखियो जिस दे नाल तुहाडी अत्यंत प्रीति है, बहुत ज्यादा प्यार है, तुहाडे सुपनिਆਂ ਦੇ ਵਿੱਚ पूरी दुनिया वसदी है, कोई भी ਉਹਦੇ ਵਰਗਾ ਗੁਜ਼ਰੇਗਾ ਲੰਘੇਗਾ ਨਾ ਤੁਹਾਡੀਆਂ ਅੱਖਾਂ ਦੇ ਅੱਗੇ ਤੁਹਾਨੂੰ ਇਦਾਂ ਲੱਗਣਾ ਵੀ ਜਿੱਦਾਂ ਉਹ ਹੀ ਲੰਘ ਗਿਆ, ਉਹ ਹੀ ਗੁਜ਼ਰ ਗਿਆ। ਇਹ ਖੇਡਾਂ ਵੱਡੀਆਂ ਨੇ ਪਲੇਅ ਮਾਲਕ ਨੇ ਪੰਡਤ ਸ਼ਿਵਦੱਤ ਨੂੰ ਉੱਥੇ ਧਿਆਨ ਕੀਤਾ। ਉੱਥੇ ਇੱਕ ਰਾਣੀ ਹੈ, ਰਾਣੀ ਮੈਣੀ, ਉਹਦੀ ਸੰਤਾਨ ਨਹੀਂ ਜੀ। ਮੇਰੇ ਮਹਾਰਾਜ ਉੱਥੇ ਖੇਡਦੇ ਆ। ਖਿੱਦੋ ਇੱਕ ਦਿਨ ਮਹਾਰਾਜ ਜੀ ਦੀ ਗੇਂਦ ਰਾਣੀ ਦੇ ਰਾਜ ਮਹਲ ਵਿੱਚ ਚਲ ਗਈ। ਇਹ ਵੀ ਕੌਤਕ ਸੀ ਮਹਾਰਾਜ ਜੀ ਦਾ ਚਲ ਗਈ। ਤੇ ਕੀ ਜ਼ਰੂਰਤ ਸੀ ਗੇਂਦ ਦੀ ਰਾਣੀ ਦੇ ਰਾਜ ਮਹਲ ਵੱਲ ਚੱਲ ਜਾਂਦੀ, ਜਿਹਦੀ ਹੁਕਮ ਦੇ ਵਿੱਚ ਭੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਤ੍ਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦਰਦੀ ਭਾਰ। ਰਾਣੀ ਨੇ ਰੋਜ਼ ਰਾਜ ਮਹਲ ਦੀ ਛੱਤ ਤੇ ਚੜ ਕੇ ਵੇਖਣਾ ਮਾਲਕ ਨੂੰ ਖੇਡਦੇ ਆ, ਬਾਲ ਲੀਲਾ ਕਰਦੇ ਆ। ਅੱਜ ਜਦੋਂ ਮਾਲਕ ਨੇ ਦਹਲੀਜ਼ ਦੇ ਉੱਤੇ ਜਾ ਕੇ ਆਖਿਆ ਸਾਡੀ ਗੇਂਦ ਆਈ, ਅਸੀਂ ਗੇਂਦ ਲੈਣ ਆਏ, ਰਾਣੀ ਨੇ ਨਾਲੇ ਗੇਂਦ ਲਵਾ ਦਿੱਤੀ, ਨਾਲੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ। ਜਦੋਂ ਗੱਲੀ ਲੱਗ ਗਏ ਮਹਾਰਾਜ ਗੋਦੀ ਵਿੱਚ ਬਹਿ ਗਏ। ਜਦੋਂ ਗੋਦੀ ਵਿੱਚ ਬਹਿ ਗਏ ਰਾਣੀ ਮੈਣੀ ਦੇ ਤਪਦੇ ਹੋਏ ਸੀਨੇ ਨੂੰ ਠੰਡਾ ਪਈਆਂ। ਉਹਨੂੰ ਏਦਾਂ ਲੱਗਾ ਜਿੱਦਾਂ ਵਾਹਿਗੁਰੂ ਨੇ ਮੈਨੂੰ ਹੀ ਪੁੱਤ ਦੀ ਦਾਤ ਦੇ ਦਿੱਤੀ। ਤੇ ਗੁਰੂ ਸਵਾਰਿਓ ਘਾਟ ਕੋਈ ਵੀ ਹੋਵੇ ਨਾ ਉਹ ਰੜਕਦੀ ਜ਼ਰੂਰ ਰਹਿੰਦੀ। ਤੁਹਾਡੇ ਨਾਲ ਵੀ ਕਦੀ ਏਦਾਂ ਦੀ ਘਟਨਾ ਘਟੀ ਹੋਵੇ ਜਦੋਂ ਬਚਪਨ 'ਚ ਤੁਹਾਡਾ ਕਿਤੇ ਕੋਈ ਦੰਦ ਟੁੱਟ ਗਿਆ ਹੋਵੇ, ਦਾੜ ਟੁੱਟ ਗਈ ਹੋਵੇ ਤੇ ਤੁਹਾਨੂੰ ਘਰਦੇ ਕਹਿੰਦੇ ਹੋਣੇ ਇਹਦੇ ਤੇ ਜ਼ਬਾਨ ਨਹੀਂ ਲਾਉਣੀ, ਇਹਦੇ ਨਾ ਜ਼ਬਾਨ ਨਹੀਂ ਲਾਉਣੀ, ਪਰ ਜ਼ਬਾਨ ਏਦਾਂ ਦੀ ਚੰਦਰੀ ਆ ਮੁੜ ਮੁੜ ਕੇ ਜਾਂਦੀ ਉੱਥੇ। ਕਿਉਂ? ਕਿਉਂਕਿ ਉੱਥੇ ਘਾਟ ਆ, ਉੱਥੇ ਘਾਟ ਆ। ਜਿਹੜੀ ਚੀਜ਼ ਦੀ ਜ਼ਿੰਦਗੀ ਦੇ ਵਿੱਚ ਘਾਟ ਹੋਊਗੀ ਨਾ ਮੁੜ ਮੁੜ ਕੇ ਤੁਹਾਡੇ ਬ੍ਰੇਨ ਦੇ ਵਿੱਚ ਉਹੀ ਚੀਜ਼ ਤੁਰੀ ਆਊ। ਮਹਾਰਾਜ ਜਦੋਂ ਗੋਦੀ 'ਚ ਬਹਿ ਕੇ ਤੁਰਨ ਲੱਗੇ ਤੇ ਕਹਿੰਦੀ ਪਰ ਛੱਕ ਕੇ ਨਹੀਂ ਜਾਓਗੇ। ਮਾਲਕ ਕਹਿੰਦੇ ਖੇਡਦੇ ਖੇਡਦੇ ਇੱਧਰ ਨੂੰ ਆ ਗਏ, ਮਾਂ ਛਕਣਾ ਕੀ? ਉਹਨਾਂ ਆਖਿਆ ਵੀ ਸਾਡੇ ਕੋਲ ਕੁਝ ਘੁੰਗਣੀਆਂ ਹੈਗੀਆਂ, ਉਹ ਛਕ ਲਓਗੇ। ਮਹਾਰਾਜ ਕਹਿੰਦੇ ਕੋਈ, ਉਹ ਘੁੰਗਣੀਆਂ ਲੈਂਦੀਆਂ ਜੀ ਛਕੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਹੀ ਬਸ ਨਹੀਂ, ਵੱਡੇ ਵੱਡੇ ਜਿਹੜੇ ਵਿਦਿਆ ਦੇ ਧਨੰਤਰ ਸਨ ਉਹਨਾਂ ਨੂੰ ਗੁਰਮਤਿ ਲਾਗ ਲਈ। ਇੱਕ ਦਿਨ ਜੀ ਉੱਥੇ ਜਿਹੜਾ ਰਾਜਾ ਸੀ, ਚੌਧਰੀ ਸੀ, ਪਟਨੇ ਸਾਹਿਬ ਦਾ ਨਵਾਬ, ਜਿੱਦਾਂ ਆਪਣੇ ਪਿੰਡਾਂ 'ਚ ਪੰਚ ਸਰਪੰਚ ਹੁੰਦੇ, ਏਦਾਂ ਉੱਥੋਂ ਦਾ ਚੌਧਰੀ ਸੀ। ਉਹਦੀ ਝਾਕੀ ਜੀ ਲੰਘਣੀ, ਅਗਲੇ ਬੰਨੇ ਨਕੀਰ ਉੱਚੀ ਉੱਚੀ ਆਵਾਜ਼ ਦਿੰਦਾ ਜਾ ਰਿਹਾ ਕਿ ਬਾਦਸ਼ਾਹ ਸਲਾਮਤ ਪਧਾਰ ਰਿਹਾ। ਮਹਾਰਾਜ ਜੀ ਨੇ ਆਪਣੇ ਨਾਲ ਦੇ ਬੱਚਿਆਂ ਦਾ ਟੋਲਾ ਇਕੱਠਾ ਕਰ ਲਿਆ। ਕਹਿੰਦੇ ਜਦੋਂ ਉਹ ਆਇਆ ਨਾ ਆਪਾਂ ਵਿਰੋਧ ਕਰਨਾ, ਜਿੱਦਾਂ ਹੁਣ ਅਸੀਂ ਟਰਾਲੀਆਂ ਭਰ ਭਰ ਕੇ ਜਾ ਰਹੇ, ਵਿਰੋਧ ਕਰਨਾ, ਪ੍ਰੋਟੈਸਟ ਕਰਨਾ, ਵਿਰੋਧ ਕਰਨਾ ਇੱਕ ਸੰਵਿਧਾਨਿਕ ਰਾਈਟ ਹੈ। ਤੁਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਸ਼ਾਂਤਮਈ ਰਹਿ ਕੇ ਆਪਣਾ ਪ੍ਰੋਟੈਸਟ ਕਰ ਸਕਦੇ ਹੋ, ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ। ਤੁਸੀਂ ਆਪਣੇ ਹੱਕਾਂ ਵਾਸਤੇ ਜੋ ਮਰਜ਼ੀ, ਮਹਾਰਾਜ ਕਹਿੰਦੇ ਆਪਾਂ ਇਹਨਾਂ ਦਾ ਪ੍ਰੋਟੈਸਟ ਕਰਨਾ, ਇਹਨਾਂ ਦਾ ਮੂੰਹ ਫੜਾਉਣਾ ਹੈ। ਉਹ ਜੀ ਝਾਕੀ ਆ ਗਈ। ਜਦੋਂ ਝਾਕੀ ਆ ਗਈ ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਸਾਰੇ ਬੱਚੇ ਆ ਗਏ। ਜਦੋਂ ਬੱਚੇ ਆ ਗਏ ਉਹਨਾਂ ਮੂੰਹ ਫੜਾਇਆ ਤੇ ਚੌਧਰੀ ਕਹਿੰਦਾ ਜਿਹੜੇ ਲੋਕ ਮੇਰੀ ਈਨ ਮੰਨਦੇ ਸਨ ਅੱਜ ਕੌਣ ਹੈ ਇਹਨਾਂ ਨੂੰ ਲੀਡ ਕਰਨ ਵਾਲੇ? ਅੱਜ ਪੁੱਛਦੇ ਹੀ ਨੇ ਵੀ ਤੁਹਾਡੇ ਲੀਡਰ ਕਿਹੜੇ ਨੇ, ਤੇ ਤੁਹਾਨੂੰ ਫੰਡਨ ਕਿੱਥੋਂ ਹੋ ਰਹੀ ਹੈ, ਪੈਸਾ ਕਿੱਥੋਂ ਆ ਰਿਹਾ? ਮੈਂ ਪੈਸਾ ਨੂੰ ਧਰਤੀ ਮਾਤਾ ਹੀ ਦੇ ਰਹੀ ਹੈ। ਜਿਹਦੀਆਂ ਫਸਲਾਂ ਦੀ ਸਾਂਭ ਸੰਭਾਲ ਕਰਦੇ ਆ, ਜਿਹਦੀਆਂ ਨਸਲਾਂ ਦੀ ਸਾਂਭ ਸੰਭਾਲ ਕਰਦੇ ਆ, ਉਹੀ ਦਾਤਾ ਸੱਚਾ ਪਾਤਸ਼ਾਹ ਮਹਾਰਾਜ ਫੰਡਨ ਕਰਦਾ। ਏਡੀ ਵੱਡੀ ਐਫਡੀ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 20 ਰੁਪਈਆ ਦੇ ਪਤਾ ਨਹੀਂ ਕੋਈ ਉਹ ਇਮਾਨਦਾਰ ਹੀ ਹੋਣਗੇ ਬੈਂਕ ਵਾਲੇ ਜਿਨ੍ਹਾਂ ਨੇ ਉਦੋਂ ਦੀ ਜਮ੍ਹਾਂ ਕੀਤੀ, ਉਹੀ ਫੰਡਿੰਗ ਤੁਰੀ ਆਉਂਦੀ ਹੈ, ਮੁੱਕਦੀ ਨਹੀਂ। ਤੇ ਬਾਬਾ ਸਾਡਾ ਕੀ ਕਹਿ ਕੇ ਗਿਆ ਸੀ ਸਾਨੂੰ? ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ। ਮਾਲਕ ਕਹਿੰਦੇ ਉਹ ਵੱਧਦਾ ਹੀ ਜਾਣਾ, ਜਿੰਨਾ ਖਰਚੀ ਜਾਓਗੇ, ਜਿੰਨਾ ਵਰਤੀ ਜਾਓਗੇ ਵੱਧਦਾ ਜਾਣਾ। ਕਈ ਸੰਗਤ ਕਹਿ ਦਿੰਦੇ ਸਾਡਾ ਗੁਰੂ ਘਰ ਨਾ ਘਾਟੇ 'ਚ ਜਾ ਰਿਹਾ। ਸੁਣੋ ਧਿਆਨ ਨਾਲ, ਗੁਰੂ ਘਰ ਘਾਟੇ 'ਚ ਨਹੀਂ ਜਾਂਦਾ। ਜਿਹੜੀਆਂ ਸਾਡੀਆਂ ਨਕਮੀਆਂ ਲੋੜਾਂ ਉਹ ਸਾਨੂੰ ਘਾਟੇ ਵਿੱਚ ਪਾ ਦਿੰਦੀਆਂ ਨੇ। ਤੇ ਗੁਰੂ ਘਰ ਦਾ ਗੁਰਦੁਆਰਾ ਤੇ ਹਮੇਸ਼ਾ ਹੀ ਇਹ ਪ੍ਰੋਫਿਟ ਦਿੰਦਾ ਹੈ, ਲਾਭ ਦਿੰਦਾ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਦਾਤਾਂ ਹੀ ਕੁਝ ਏਦਾਂ ਦੀਆਂ ਗੁਰੂ ਘਰ ਦੇ ਵਿੱਚ ਜੋੜ ਕੇ ਰੱਖੀਆਂ।
ਉਹਨਾਂ ਵੇਖਿਆ ਇਨਵੈਸਟੀਗੇਸ਼ਨ ਚ ਕਹਿੰਦੇ ਕਿੰਨਾ ਦਾ ਲੜਕਾ ਉਹਨਾਂ ਕਹਿੰਦੇ ਤੇਗ ਬਹਾਦਰ ਸਾਹਿਬ ਦਾ ਕਿੱਥੇ ਨੇ ਉਹ ਕਹਿੰਦੇ ਉਹ ਤੇ ਆਪ ਅਸਾਮ ਗਏ ਕਹਿੰਦੇ ਉਹਨਾਂ ਨੂੰ ਕਹਿ ਦਿਓ ਵੀ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਣ ਵੀ ਇਹਦਾ ਦੀ ਹਰਕਤ ਦੁਬਾਰਾ ਨਾ ਕਰਨ। ਮਹਾਰਾਜ ਨੇ ਪੁੱਤ ਦਾ ਹੌਸਲਾ ਵਧਾਉਣ ਵਾਸਤੇ ਕੀ ਕਿਹਾ ਗੋਬਿੰਦ ਜੋ ਕੀਆ ਸੋ ਭਲਾ ਕੀਆ। ਅੱਜ ਕੱਲ ਅਸੀਂ ਵੀ ਇਦਾਂ ਦੀ ਗੱਲ ਕਰਦੇ ਆ ਨਾ ਤੇ ਸਾਡੇ ਬਜ਼ੁਰਗ ਵੱਡੇ ਵਡੇਰੇ ਕਹਿੰਦੇ ਨਾ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ। ਮਹਾਰਾਜ ਨੇ ਹੌਸਲਾ ਦਿੱਤਾ ਮੇਰੇ ਪੁੱਤ ਨੇ ਜੋ ਕੀਤਾ ਹੈ ਵਧੀਆ ਕੀਤਾ ਹੈ। ਸਰਕਾਰੀ ਅਹਿਲਕਾਰ ਆਏ ਪਿਆਨੀ ਦੇਣੀ ਸਰਹਾਂਦੀ ਨਹੀਂ। ਕਹਿੰਦੇ ਜੇ ਸਰਕਾਰੀ ਅਹਿਲਕਾਰ ਕੋਈ ਤੇਰੇ ਆ ਗਿਆ ਨਾ ਟੌਰ ਪਾਉਣ ਉਹਨੂੰ ਪੈਰ ਵਾਲੇ ਪਾਸੇ ਹੋਣਾ ਹੀ ਸਿਰ ਵਾਲੇ ਪਾਸੇ ਸਿਰ ਤੇ ਨਹੀਂ ਚੜਦਾ। ਪਰ ਸਿਰ ਤੇ ਚਾੜਿਆ ਹੀ ਤੇ ਇਹਨਾਂ ਨੇ ਆ ਕਾਲੇ ਕਾਨੂੰਨ ਬਣਾਏ ਨੇ ਚਾੜਿਆ ਤੇ ਆਪਾਂ ਹੀ ਆ ਗਲਤੀਆਂ ਤੇ ਆਪਾਂ ਚੁਣੇ ਕਿਵੇਂ ਆ ਆਪਾਂ ਜੇ ਉਦੋਂ ਚੁਣਨ ਲੱਗੇ ਥੋੜੀ ਜੀ ਲਿਆਕਤ ਤੋਂ ਕੰਮ ਲੈਂਦੇ। ਅਕਲੀ ਸਾਹਿਬ ਸੀਦੀ ਅਕਲੀ ਪਾਈਏ ਮਾਨ ਅਕਲੀ ਪੜ ਕੇ ਬੁੱਝੀ ਅਕਲੀ ਕੀਚੇ ਦਾਨ। ਜੇਕਰ ਉਦੋਂ ਥੋੜੀ ਜੀ ਅਕਲ ਤੋਂ ਕੰਮ ਲੈ ਲੈਂਦੇ ਤੇ ਸਾਡੇ ਬੰਦਿਆਂ ਨੂੰ ਇਹਦਾ ਟਰੈਕਟਰ ਟਰਾਲੀਆਂ ਤੇ ਡੀਜ਼ਲ ਫੂਕ ਕੇ ਦਿੱਲੀ ਵੱਲ ਨੂੰ ਨਾ ਪੂਜ ਕਰਨਾ ਪੈਂਦਾ। ਮਹਾਰਾਜ ਜਾ ਕੇ ਗੋਬਿੰਦ ਜੋ ਕੀਆ ਸੋ ਭਲਾ ਕੀਆ। 3.5 ਵਰਿਆਂ ਦੇ ਹੋ ਗਏ ਸਨ ਗੋਬਿੰਦ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਸੱਚੀ ਸਰਕਾਰ ਜਦੋਂ ਪਹਿਲੀ ਵਾਰ ਅਸਾਮ ਤੋਂ ਆ ਕੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਸੀ। ਮਹਾਰਾਜ ਨੇ ਪਿਆਰ ਦੇ ਨਾਲ ਗਲਵਕੜੀ ਵਿੱਚ ਲੈ ਕੇ ਆਖਿਆ ਗੋਬਿੰਦ ਰਾਏ ਕਿੰਨੀ ਬਾਣੀ ਚੇਤੇ ਹੋਗੀ ਕਿੰਨੀ ਬਾਣੀ ਚੇਤੇ। ਕਹਿੰਦੇ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਸ੍ਰੀ ਜਪਜੀ ਸਾਹਿਬ ਪੂਰਾ ਚੇਤੇ 3.5 ਵਰਿਆਂ ਦੀ ਉਮਰ ਤੇ ਅੱਜ ਸਾਡੇ ਬੱਚਿਆਂ ਨੂੰ ਕਿੰਨੀ ਕੁ ਗੁਰਬਾਣੀ ਕੰਠ ਹੈ। ਬਲਕਿ ਬੱਚਿਆਂ ਨੂੰ ਇੱਕ ਪਾਸੇ ਛੱਡੋ ਜਿਹੜੇ ਮੇਰੇ ਕਿੱਤੇ ਨਾਲ ਰਿਲੇਟਡ ਸੱਜਣ ਹੈ ਉਹਨਾਂ ਵੀ ਇਦਾਂ ਉਹ ਲੈਪਟਾਪ ਰੱਖੇ ਹੋਣਗੇ ਜਾਂ ਕਈਆਂ ਨੇ ਆਪਣੇ ਮੋਬਾਈਲ ਫੋਨ। ਅਸੀਂ ਆਪਣੇ ਕਿੱਤੇ ਦੇ ਪ੍ਰਤੀ ਵੀ ਵਫਾਦਾਰ ਨਹੀਂ ਵੀ ਜਿਹੜੇ 4 ਸ਼ਬਦ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਤੇ ਬਖਸ਼ਿਸ਼ ਹੋਈ ਆ ਉਹਨਾਂ ਨੂੰ ਚੇਤੇ ਕਰਕੇ ਸੰਗਤ ਦੇ ਨਾਲ ਸੁਣਾਈ ਤੇ ਧਿਆਨ ਦੇ ਦਿਓ। ਜਿਹੜਾ ਸ਼ਬਦ ਵੇਖ ਕੇ ਪੜਿਆ ਜਾ ਰਿਹਾ ਹੋਏਗਾ ਤੇ ਜਿਹੜਾ ਸ਼ਬਦ ਕੰਠ ਕਰਕੇ ਸੰਗਤ ਨੂੰ ਸੁਣਾਇਆ ਜਾ ਰਿਹਾ ਹੋਏਗਾ ਉਸ ਰਸ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਜਦੋਂ ਮੈਂ ਵਾਰ-ਵਾਰ ਵੇਖੀ ਜਾਣਾ ਕਿ ਮੈਂ ਭੁੱਲ ਨਾ ਜਾਵਾਂ ਮੈਂ ਉੱਕ ਨਾ ਜਾਵਾਂ ਉਹ ਸ਼ਬਦ ਵੱਲ ਧਿਆਨ ਰਸ ਨਹੀਂ ਬਣਦਾ ਹੈ। ਮਹਾਰਾਜ ਜੀ ਨੇ 3.5 ਵਰਿਆਂ ਦੀ ਉਮਰ ਦੇ ਵਿੱਚ ਹੀ ਤੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਸੁਣਾ ਦਿੱਤਾ। ਥੋੜੇ ਜਿਹੇ ਮਹੀਨੇ ਮਹਾਰਾਜ ਉੱਥੇ ਰਹੇ ਪੰਜਾਬ ਆ ਗਏ। ਗੋਬਿੰਦ ਰਾਏ ਸਾਹਿਬ ਜੀ ਦੋਨੋਂ ਹੱਥ ਜੋੜ ਕੇ ਲੱਤਾਂ ਨੂੰ ਇਦਾਂ ਕੜੀਕੜੀ ਜੀ ਪਾ ਕੇ ਕਹਿੰਦੇ ਅੱਬੂ ਪਿਤਾ ਜੀ ਮੈਂ ਵੀ ਪੰਜਾਬ ਜਾਣਾ। ਕਹਿੰਦੇ ਤੁਹਾਨੂੰ ਵੀ ਪੰਜਾਬ ਬੁਲਾ ਲਿਆ ਜਾਏਗਾ। ਮਹਾਰਾਜ ਗੁਰੂ ਤੇਗ ਬਹਾਦਰ ਹਜ਼ੂਰ ਪਿਤਾ ਜੀ ਪੰਜਾਬ ਆ ਜਾਂਦੇ। ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰ ਕੌਰ ਜੀ ਮਾਤਾ ਨਾਨਕੀ ਜੀ ਹੋਰ ਪ੍ਰਮੁੱਖ ਗੁਰਸਿੱਖਾਂ ਨੂੰ ਬਾਲਾ ਪ੍ਰੀਤਮ ਦੀ ਪਰਵਰਿਸ਼ ਵਾਸਤੇ ਤਾਇਨਾਤ ਕਰ ਦਿੰਦੇ। ਉੱਥੇ ਹੀ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਤੀਰ ਅੰਦਾਜ਼ੀ ਸਿੱਖੀ। ਉੱਥੇ ਸ਼ਸਤਰ ਕਲਾ ਦੇ ਦੌਰ ਸਿੱਖੇ। ਉੱਥੇ ਹੀ ਗੰਗਾ ਦੇ ਕੰਢੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਨੇ ਤੇ ਘੋੜ ਸਵਾਰੀ ਦੇ ਕਰਤੱਵ ਜਿਹੜੇ ਨੇ ਬਾਲਾ ਪ੍ਰੀਤਮ ਨੂੰ ਸਿਖਾ ਦਿੱਤੇ। ਇਧਰੋਂ ਫਿਰ ਚਿੱਠੀਆਂ ਗਈਆਂ ਕਹਿੰਦੇ ਸਮਰਦ ਕਮੜੇ ਨੂੰ ਲੈ ਕੇ ਪੰਜਾਬ ਆ ਜਾਓ। ਇਹਨੂੰ ਵੀ ਤੇ ਵਿਖਾਈ ਜਾਏ ਕਿ ਪੰਜਾਬ ਦੀ ਭੂਮੀ ਕਿੱਦਾਂ ਦੀ ਖਿਆਲ ਕਰਿਓ। ਇਸ ਭੂਮੀ ਵਿੱਚ ਅਣਖ ਹੈ। ਇੱਥੋਂ ਦੀ ਜਿਹੜੀ ਜ਼ਮੀਨ ਆ ਮਿੱਟੀ ਦਾ ਜ਼ਰਾ ਨਾ ਇਹ ਉਪਜਾਊ ਤੇ ਹੈ ਹੀ ਹੈ। ਇਹਦੇ ਵਿੱਚੋਂ ਅਣਖ ਪੈਦਾ ਹੁੰਦੀ ਹੈ ਗੈਰਤ ਪੈਦਾ ਹੁੰਦੀ ਹੈ ਤੇ ਗੈਰਤਮੰਦ ਪ੍ਰਾਣੀ ਪੈਦਾ ਹੁੰਦੇ ਨੇ। ਨਹੀਂ ਤੇ ਹੋਰ ਵੀ ਸਨ ਜਦੋਂ ਲੋਕ ਆਉਂਦੇ ਸੀ ਦਰਾ ਖੈਬਰ ਦੇ ਜ਼ਰੀਏ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲੁੱਟ ਪੁੱਟ ਕੇ ਤੋਂ ਚਲੇ ਜਾਂਦੇ ਸੀ। ਚੁੱਪ ਕਰਕੇ ਬੀਬੇ ਪੁੱਤ ਬਣ ਕੇ ਬੈਠੇ ਰਹਿੰਦੇ ਸਨ। ਪਰ ਜਦੋਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਲਿਜਾ ਕੇ ਗਜ਼ਨਵੀ ਦੀ ਮੰਡੀ ਦੇ ਅੰਦਰ ਟਕੇ ਦੇ ਨਿਲਾਮ ਕਰਦਾ ਇਦਾਂ ਦਾ ਦਰਾ ਖੈਬਰ ਬੰਦ ਕੀਤਾ। ਗੁਰੂ ਸਵਾਰਿਓ ਅਫਗਾਨੀ ਲੋਕ ਇੱਧਰ ਐਂਟਰ ਨਹੀਂ ਹੋ ਪਾਏ। ਇਹਨਾਂ ਦੀ ਮਿੱਟੀ ਦੇ ਅੰਦਰ ਹੀ ਗੈਰਤ ਆ ਅਣਖ ਆ। ਇਹ ਅਣਖੀਲੇ ਨੇ ਗੁਰਬਾਣੀ ਨੂੰ ਪੜ੍ਹਦੇ ਹੋਏ ਇਹ ਗੱਲ ਦੁਹਰਾਉਂਦੇ ਨੇ ਕਿ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ਤਾਏ। ਹੁਣ ਸੁਣੋ ਨੁਕਤਾ। ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਤੋਂ ਤੁਰ ਪਏ। ਮਾਮਾ ਕਿਰਪਾਲ ਚੰਦ ਜੀ ਦੀ ਅਗਵਾਈ ਦੇ ਅੰਦਰ ਹੋਰ ਸੰਗਤਾਂ ਪਰ ਬਹੁਤਿਆਂ ਨੂੰ ਨਹੀਂ ਪਤਾ ਲੱਗਿਆ।
महाराज जो पटना साहिब तो तुरे ते जेड़े प्रमुख सज्जण सन जिहदे विच पंडित शिव दाता राणी मैनी होर बेअंत गुरु पातशाह जी दे चरनां दे भौरे ते दास जिहड़े हर रोज बाला प्रीतम दे नाल निक्कियां ते तोतलियां गल्लां करदे सन उन्हां ने जी नेत्रां च हंझू भर के रोना शुरू कीता ते किसी ने एक नूं पुछया कहंदे की कारण है लोग विरलाप काहतों कर रहे हैं कहंदे अज पटना साहिब जी दी जान चली है जान निकल चली है कहंदा भाव कहंदे श्री पटना साहिब जी दी जान सन बाला प्रीतम चौथी पातशाह गोविंद राय अज सुनिया वो अपने देश पंजाब चले ने उन्हां वापस नहीं आउणा इन्ने वैरागमान सन पटना साहिब दे निवासी लोग चलते सच्चे पातशाह महाराज वख-वख थावां तो होंदे जी लखनौर साहिब पहुंच गए ते लखनौर दे नेड़े ही सैयद भीखम शाह साहिब दा भी ठिकाना कुदरती देखो वाहिगुरू किद्दां मिलाप कराउंदा किद्दां बख्शिशां हुंदियां मर्द गमड़े दियां जदों सैयद नूं पता लगा सैयद नूं ते उदों पता लग गया सी कि गोबिंद राय महाराज आ गया जदों अजे सच्ची सरकार थोड़े समय दे सर अज ते महाराज कुछ वरियां दे हो गए महाराज हाणियां दे नाल खुले मैदान दे विच खेड रहे सन मामा किरपाल चंद जी दूर पर रुख दी छावे ते सैयद भीखम शाह अज कहंदा उदों ते माता नानकी मना करदे सी कि तैनूं वेखण नहीं देना तू मुसलमान उदों तेरी मां गुजर कौर भी मेरे ते पाबंदियां लाउंदी सी कि दर्शन नहीं तेरा मामा भी पाबंदियां लाउंदा सी पर अज कौन मेरे तो तेरे दर्शनां तो वांझे करूगा झपदे ही चला गया जी पछाण के बाला प्रीतम गोविंद राय महाराज जी इदा कलावे दे विच ले गया महाराज खेड रहे सन सतगुरु दे चरण कमलां दे उत्ते चरण धूड़ लगी हुई सी गुरु सवारियो उस गुरु दे लाल ने अपने हत्थां दे नाल मेरे बाला प्रीतम सच्चे पातशाह महाराज जी दे चरणां दे उत्ते जिहड़ी धूड़ लगी सी ना ਉਹਨੂੰ ਇਦਾਂ ਸਾਫ਼ ਕੀਤਾ ਗੋਦੀ ਚੁੱਕ ਕੇ ਤੇ ਆਪਣੇ ਸਮੁੱਚੇ ਮੁਖੜੇ ਦੇ ਉੱਤੇ ਜਿਹੜਾ ਦੁੱਧ ਚਿੱਟਾ ਦਾੜਾ ਸੀ ਇਦਾਂ ਮੁਖੜੇ ਦੇ ਉੱਤੇ ਚਰਨ ਧੂੜ ਫੇਰੀ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੱਬ ਦੇ ਬੰਦਿਆ ਕੀ ਚਾਹੁੰਦਾ ਕਹਿੰਦਾ ਮਾਲਕਾ ਜਾਣਦਾ ਤੇ ਸਾਰਾ ਕੁਝ ਹੈ ਫਿਰ ਵੀ ਮੇਰੀ ਜ਼ੁਬਾਨ ਤੋਂ ਕਹਿਲਾਉਣਾ ਚਾਹੁੰਦਾ ਮਹਾਰਾਜ ਕਹਿੰਦੇ ਦੱਸ ਖਾਂ ਕਹਿੰਦਾ ਮਾਲਕਾ ਮੈਨੂੰ ਪਤਾ ਤੂੰ ਇੱਕ ਕਰਾਰਾ ਪੰਥ ਪ੍ਰਗਟ ਕਰਨਾ ਮੈਨੂੰ ਇਹ ਵੀ ਪਤਾ हिंदुस्तान के गलों गुलामी दी जंजीरां तोड़ देनियां तेरे पंथ ने पर एक बेनती है मेरा इलाका मेरे कोलों खुस्से ना चौथी पातशाह महाराज जी ने नेत्र का इशारा करके आख्या सी सैयद जी परमात्मा भली करेगा वाकया जो खालसा पंथ प्रगट होया वाकया खालसे ने दुनिया की इट दे नाल इट खड़का दी दिल्ली ते लाहौर दी पर उस दे इलाके दा वाल भी विंगा नहीं होया क्योंकि सच्चे पातशाह महाराज जी ने अपने दादी पुत्र खालसे नूं कह दिता सी सैयद भीखम शाह दे इलाके दा किसी भी प्रकार दा कोई जानी माली नुकसान ना हो जाए इत्थे फिर चलदे चलदे महाराज वख-वख पड़ावां तो श्री आनंदपुर साहिब पहुंच गए ते आनंदपुर साहिब दा वातावरण बड़ा रमणीक है ਤੁਹਾਡੇ ਵਿੱਚੋਂ ਜਿਹੜੇ ਗੁਰੂ ਦੇ ਪਿਆਰਿਆਂ ਨੇ ਦਰਸ਼ਨ ਕੀਤੇ ਹੋਣਗੇ ਇੱਕ ਵਾਰ ਆਨੰਦਪੁਰ ਸਾਹਿਬ ਪਹੁੰਚ ਜੀਏ ਤੇ ਜੀ ਨਹੀਂ ਕਰਦਾ ਵਾਪਸ ਪਰਤਣ ਨੂੰ ਵੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਜੀ ਉੱਥੇ ਆਨੰਦ ਹੀ ਇੰਨਾ ਦਾ ਬਣਦਾ ਮਹਾਰਾਜ ਆਨੰਦਪੁਰ ਸਾਹਿਬ ਆ ਗਏ ਵਿਸ਼ੇਸ਼ ਤਿਆਰੀਆਂ ਗੁਰਬਾਣੀ ਦੀਆਂ ਇੱਥੇ ਵੀ ਚੱਲ ਪਈਆਂ ਇੱਥੇ ਵੀ ਮਹਾਰਾਜ ਜੀ ਨੇ ਪੁੱਛਿਆ ਹਾਂ ਗੁਰਬਾਣੀ ਆਉਂਦੀ ਹਾਂਜੀ ਮਹਾਰਾਜ ਬੜੀ ਬਾਣੀ ਚੇਤੇ ਆਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਬਾਣੀ ਸੁਣਾਓ ਉਹਨਾਂ ਬਾਣੀ ਸੁਣਾਈ ਸੰਗਤ ਆਪ ਦੀ ਤਰ੍ਹਾਂ ਚੌਕੜੇ ਮਾਰ ਕੇ ਬੈਠੀ ਹੋਈ ਸੀ ਸੰਗਤ ਨੂੰ ਮਹਾਰਾਜ ਜੀ ਨੇ ਪੁੱਛਿਆ ਸੰਗਤ ਜੀ ਕਿਵੇਂ ਲੱਗਾ ਸੰਗਤ ਜੀ ਕਹਿੰਦੀ ਤੁਹਾਡੀ ਲਖਤੇ ਜਿਗਰ ਦੀ ਰਸਨਾ ਤੋਂ ਗੁਰਬਾਣੀ ਸੁਣ ਕੇ ਮਹਾਰਾਜ ਆਨੰਦ ਆ ਗਿਆ ਪਹਿਲੋ ਨਾਮ ਕੀ ਸੀ ਮਾਖੋਵਾਲ ਮਾਖੋਵਾਲ ਤੋਂ ਨਾਮ ਬਣਿਆ ਚੱਕ ਨਾਨਕੀ ਜਿੱਦਣ ਮੇਰੇ ਦਾਦੇ ਚੋਜੀ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਸਰਵਣ ਕਰਵਾਤੀ ਸੰਗਤ ਨੇ ਕਿਹਾ ਆਨੰਦ ਪੜਿਆ महाराज कहते आज तो बाद इसका नाम श्री आनंदपुर साहिब हो गया ये प्रिंसिपल सतवीर सिंह साहब ने लिखा जी पोथी का नाम है पुरख भगवंत घर जाके या किसी बुक स्टॉल तो लैके पोथी खुद पढ़ लियो हुण महाराज जी की तैयारी वाल विशेष ध्यान दिता गया विशेष तवज्जो गुरबाणी की संख्या गुरबाणी को कंठ करना शस्त्र कला घोड़ सवारी
सच्चे पातशाह महाराज जी ने अपनी निगरानी में रख के करवाई। ते भाई गुरदास दूजे लिखते वै प्रगट्यो पुरख इदां दा पुरख आया इदां दा जेड़ा मर्द अगंबड़ा हो निबड़िया। ध्यान दियो जिन्हां ने मर्द अगंबड़े बनना है उन्हां दी तैयारी बचपन तो ही करो। जिन्हां दे अंदर अणख पैदा करनी है गैरत पैदा करनी है जेड़ी युद्ध वाले ने कई बार साडे मनां च इदां दे विचार बन जांदी कोई नहीं बच्चे नूं वड्डा हो लेण दे वड्डा हो के ओह छक लूगा ते आपां इह क्यों नहीं सोचदे भी वड्डा हो के आपे पढ़ लूगा की लोड़ है कि स्ट्रिक्ट होण दी सख्ती करन दी भी आप जदों वड्डा होगा और कोई नहीं 10-12 सालां दा 15 दा हो जाए गभरू हो जाए सियाणा हो जाए फिर इहनूं पढ़दे पा देवांगे नहीं। आप जे इहनूं 12-15 दिन पाया ते नींह कमजोर रह जाणी बचपन दे विच क्योंकि इहदी नींह बन जूगी इहदा बेस बन जूगा जदों बेस बन गया फिर तां दी तां जिन्ना मर्जी। सच्चे पातशाह महाराज जी नूं गुरबाणी वल खास तवज्जो खास ध्यान शस्त्र कला वाला खास ध्यान भी 9 वरियां दी उम्र हो जाती है सच्चे पातशाह जी दी ते ऐन तैयार कर दिता जाता है तैयार बर तैयार भी सिख जथेबंदी नूं हैंडल करन दी योग्यता सिख जथेबंदी नूं हैंडल करन दी योग्यता बाला प्रीतम दे विच आ जाती है। कश्मीरी पंडित कृपा राम जी की अगुवाई दे विच आ जाते महाराज पुछदे हाँ किवें है कश्मीर कहंदे महाराज शेर मोहम्मद अफगान खान आओ पहला ही जाता है जेड़ा इस्लाम कबूल कर लेंदा ओदी ते जान बख्शी जाती है ते जेड़ा इस्लाम नहीं कबूल करदा ओनूं मार दिता जाता है। महाराज कहंदे हल कहंदा हल ते इक्को ही है महाराज सिर लगना है जेड़ा सच बोलूगा सिर ते ओदा लगना। महाराज कहंदे फिर जाओ जाके औरंगजेब नूं गल कह दिओ जे गुरु तेग बहादुर महाराज इस्लाम कबूल कर लैण ते सारे दे सारे हिंदुस्तानी लोग अपने आप इस्लाम दायरे दे विच आ जाणगे पर जे गुरु तेग बहादुर महाराज इस्लाम नहीं कबूल करनगे दुनिया दे विच तेरा धक्का नहीं चलण दिता जाएगा। ते नुक्ते चों नुक्ता उदों भी दिल्ली दी धरती नूं साडे बजुर्गां दे लहू दी जरूरत सी 83 सी दिल्ली महाराज जी ने कहा जाके दिल्ली दरबार वाले कह दो इदां दा साका जेड़ा साका दुनिया विच नहीं होया उदां दा साका मेरे धन गुरु तेग बहादुर पातशाह महाराज जी ने कर दिता। तवारीख दे अंकड़े की बोलदे ने कि ठीकर फोर दलीस सिर प्रभुर किया बयान तेग बहादुर सी क्रिया करी न किरहुमान तेग बहादुर की चलत भयो जगत को शोक है सब जग भयो जय 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 सब लोग। इदां दा साका दिल्ली दी धरती ते होया वो भी एक काला ही दौर सी वो भी एक काला ही कानून सी कि जेड़ा धक्के दे विरोध खड़ोंदा आ धक्के दे विरोध आवाज बुलंद करदा आ लोकां विच खौफ पैदा करन वास्ते शराय दे विच भाल के ओदा सिर धड़ तो चुदा कर दिओ दी आवाज बुलंद ना होवे। महाराज ने आख्या सिर कट जाण दे नाल आवाज़ां मुकदियां नहीं सगों आवाज़ां होर गरजणियां हो जांदियां ने। भै काऊं को देदन नै पैमान ध्यान कौ नानक सुन रे मना ज्ञानी ताने बखान ज्ञानी आख्या ही ओनूं जंदर खालसा जी जेड़ा ना डरदा होवे ते जेड़ा ना डराउंदा होवे। साडी लड़ाई किसी एक धड़े दे नाल नहीं साडी लड़ाई किसी पार्टी दे नाल नहीं साडी लड़ाई किसी एक व्यक्ति दे नाल नहीं साडी लड़ाई धक्के दे नाल है। धक्का करने वाला कोई भी होवे जे उस वक्त औरंगजेब धक्का हिंदुआं दे उत्ते करदा सी ना ਅਸੀਂ ਹਿੰਦੂਆਂ ਵਾਲੇ ਪਾਸੇ ਖੜੋਤੇ ਸਾਂ ਨੰਗੇ ਧਾੜਾ ਕਿਹਾ ਸੀ ਤੁਹਾਡੇ ਨਾਲ ਰਹਿੰਦਿਆਂ ਜੇ ਸਿਰ ਵੀ ਕੱਟਿਆ ਜਾਂਦਾ ਤੇ ਪਰਵਾਹ ਕੋਈ ਨਹੀਂ। ਗੱਲ ਕਹਿਣ ਚ ਨਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਰਕੇ ਵੀ ਵਿਖਾਈ हकीकत या सच्चे पातशाह महाराज जी ने कह दिता। भाई गुरदास साहब जी दूजे ने कहते वह प्रगटे मर्द अगमड़ा वरियाम अकेला वाह वाह गोबिंद सिंह आपे गुर चेला। इदां दा मर्द लभूगा जेड़ा अपने पुत्तां नूं कुर्बान कर दिंदा होवे
अपने पिता नूं कुर्बान कर दिंदा होवे। पर ध्यान दिओ ਉਹਦੇ ਪੁੱਤਾਂ ਨੂੰ ਸਰਹੰਦ ਦੀ ਧਰਤੀ ਦੇ ਉੱਤੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਸਰਹੰਦ ਦੀ ਧਰਤੀ ਉਦੋਂ ਵੀ ਇੱਕ ਕਾਲਾ ਦੌਰ ਸੀ, ਇੱਕ ਕਾਲਾ ਕਾਨੂੰਨ ਔਨ ਦੀ ਸਪੋਰਟ ਹਕੂਮਤ ਵੱਲੋਂ ਤਿਆਰ ਕੀਤਾ ਗਿਆ। ਭਰੀ ਸਭਾ ਚ ਹਾਂ ਕਾਜੀ ਬੋਲ। ਕਾਜੀ ਕਹਿੰਦਾ ਸੀ ਇਹਨਾਂ ਨੇ ਇਸਲਾਮ ਦੀ ਤੋਹੀਨ ਕੀਤੀ ਹੈ, ਇਹਨਾਂ ਨੂੰ ਜਿਉਂਦੇ ਜੀ ਨੀਹਾਂ ਚ ਚਿਣ ਕੇ ਸ਼ਹੀਦ ਕਰ ਦਿਓ। ਸਾਰੀ ਕੈਬਨਿਟ ਸਾਇਲੈਂਟ ਰਹੀ, ਪਰ ਉਸ ਕੈਬਨਿਟ ਦੇ ਵਿੱਚੋਂ ਇੱਕੋ ਹੀ ਇੱਕ ਪਿਆਰਾ ਮਲੇਰਕੋਟਲੇ ਦਾ ਨਵਾਬ ਹਾ ਦਾ ਨਾਰਾ ਮਾਰ ਕੇ ਉੱਠ ਖੜੋਤਾ। ਕਹਿੰਦਾ ਇਹ ਤਾਂ ਕਾਇਆ, ਇਹ ਸ਼ੀਰਖੋਰ ਬੱਚੇ ਆ। ਸ਼ੀਰਖੋਰ ਬੱਚੇ ਉਸ ਨੂੰ ਆਖਿਆ ਜਾਂਦਾ ਜਿਹਦੀਆਂ ਦੁੱਧ ਦੀਆਂ ਦੰਦੀਆਂ ਨਾ ਟੁੱਟੀਆਂ ਹੋਣ। ਕਹਿੰਦੇ ਸ਼ੀਰਖੋਰ ਬੱਚੇ ਆ, ਜ਼ੁਲਮ ਨਾ ਕਰੋ। ਇਹਨਾਂ ਦੇ ਦੁੱਧ ਦੀਆਂ ਦੰਦੀਆਂ ਵੀ ਨਹੀਂ ਟੁੱਟੀਆਂ, ਤੁਸੀਂ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਲੱਗੇ ਹੋ, ਜ਼ੁਲਮ ਨਾ ਕਰਿਓ ਇਹਨਾਂ ਤੇ। ਉਹਨੇ ਸਾਰਿਆਂ ਨੂੰ ਆਖਿਆ ਜਦੋਂ ਕੋਈ ਵੀ ਨਾ ਆਖੇ ਲੱਗਾ ਉਹ ਵਾਕਆਊਟ ਕਰ ਗਿਆ, ਨਿਕਲ ਗਿਆ ਬਾਹਰ। ਖਿਆਲ ਕਰਿਓ ਭਾਵੇਂ ਇਸ ਜ਼ੁਲਮ ਦੇ ਵਿੱਚ ਕੋਈ ਸਾਇਲੈਂਟ ਰਹਿ ਰਿਹਾ, ਜਿਹੜਾ ਸਾਇਲੈਂਟ ਰਹਿ ਰਿਹਾ ਉਹ ਉਹਨਾਂ ਦੇ ਨਾਲ ਖੜੋਤਾ ਹੈ। ਜਿਹੜੇ ਅੰਦਰ ਰਹਿ ਕੇ ਖਾਮੋਸ਼ ਨੇ ਵੀ ਕੋਈ ਨਹੀਂ ਵੱਟ ਤੇ ਖੜੋਤੇ ਆ, ਤਮਾਸ਼ਾ ਵੇਖਦੇ ਕੀ ਹੁੰਦਾ, ਉਹ ਬਾਕੀਆਂ ਦੀ ਤਰ੍ਹਾਂ ਉਹਦੇ ਨਾਲ ਖੜੋਤੇ ਨੇ। ਉਸ ਵਕਤ ਕੇਵਲ ਤੇ ਕੇਵਲ ਇੱਕੋ ਸੀ ਮਲੇਰਕੋਟਲੇ ਦਾ ਨਵਾਬ ਜਿਹੜਾ ਕਹਿੰਦਾ ਸੀ ਇਹ ਕਾਲਾ ਕਾਨੂੰਨ ਹੈ, ਧੱਕਾ ਨਾ ਕਰੋ ਬੱਚਿਆਂ ਦੇ ਨਾਲ। ਪਰ ਉਹ ਰੁਕੇ ਨਹੀਂ। ਭਾਵੇਂ ਕਿ ਮਲੇਰਕੋਟਲੇ ਵਾਲਾ ਨਵਾਬ ਸਾਹਿਬਜ਼ਾਦਿਆਂ ਨੂੰ ਬਚਾ ਨਹੀਂ ਪਾਇਆ, ਪਰ ਜਦੋਂ ਅੱਜ ਚੰਦੂ ਦਾ ਜ਼ਿਕਰ ਚੱਲਦਾ, ਗੰਗੂ ਦਾ ਜ਼ਿਕਰ ਚੱਲਦਾ, ਸੁੱਚਾ ਨੰਦ ਦਾ ਜ਼ਿਕਰ ਆਉਂਦਾ, ਸਾਡਾ ਬੋਲਣ ਦਾ ਐਂਗਲ ਕੁਝ ਹੋਰ ਹੁੰਦਾ। ਜਦੋਂ ਅੱਜ ਟੋਡਰ ਮੱਲ ਦਾ ਜ਼ਿਕਰ ਆਉਂਦਾ, ਜਦੋਂ ਅੱਜ ਮੋਤੀ ਰਾਮ ਸਾਹਿਬ ਦਾ ਜ਼ਿਕਰ ਆਉਂਦਾ, ਜਦੋਂ ਅੱਜ ਗੁਰੂ ਦੇ ਲਾਲਾਂ ਦਾ ਜ਼ਿਕਰ ਆਉਂਦਾ, ਸਾਡਾ ਪੁਆਇੰਟ ਆਫ ਵਿਊ ਗੱਲ ਕਰਨ ਦਾ ਕੁਝ ਹੋਰ ਹੁੰਦਾ। ਦੇਖੋ ਉਸ ਵਕਤ ਸੁੱਚਾ ਨੰਦ ਵਰਗਿਆਂ ਨੇ ਚੁਗਲੀਆਂ ਕੀਤੀਆਂ ਕਿ ਇਸ ਪੌੜੀਏ ਨੇ ਸੱਪ ਦੇ ਬੱਚੇ ਨੇ, ਤੇ ਉਹ ਭਾਈ ਮੋਤੀ ਰਾਮ ਜਿੰਨੇ ਘਰੋਂ ਕਈ ਪ੍ਰਕਾਰ ਦਾ ਤਸ਼ੱਦਦ ਝੱਲ ਕੇ ਸਾਹਿਬਜ਼ਾਦਿਆਂ ਨੂੰ ਇਹ ਦੁੱਧ ਛਕਾਇਆ। ਮੇਰੀ ਕੌਮ ਨੇ ਉਹ ਜੱਗ ਵੀ ਸਾਂਭ ਲਿਆ ਤੇ ਉਹ ਗਲਾਸ ਵੀ ਸਾਂਭ ਲਿਆ। ਸਾਂਭੇ ਨਹੀਂ ਨਾ, ਸਾਲ ਬਾਅਦ ਜਾਂਦੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਜਾ ਕੇ ਦਰਸ਼ਨ ਕਰਦੀਆਂ। ਸਾਚੇ ਵੇ ਸਾਂਭਿਆ ਸਾਰਾ ਕੁਝ ਵੀ ਹੈ। ਜਿਹੜਾ ਸੁੱਚਾ ਨੰਦ ਹੋਣਾ ਨੇ ਵੀ ਲਿਖਿਆ ਨਾ, ਆਖਿਆ ਉਹ ਵੀ ਹਿਰਦੇ ਦੇ ਵਿੱਚ ਸਾਂਭਿਆ ਹੈ। ਤੇ ਜਿਹੜੇ ਭਾਈ ਸਾਹਿਬ ਭਾਈ ਮੋਤੀ ਰਾਮ ਹੋਣਾ ਨੇ ਸਾਡੇ ਤੇ ਪੁੰਨ ਕੀਤਾ, ਸਾਂਭਿਆ ਉਹ ਵੀ ਹੈ। ਸਮੇਂ ਸਮੇਂ ਦੇ ਨਾਲ ਹਰੇਕ ਦਾ ਜਵਾਬ ਦਿੱਤਾ ਜਾਏਗਾ। ਦੇਖੋ ਭਾਈ ਸਾਹਿਬ ਹੋਣਾ ਦੇ ਪਰਿਵਾਰ ਤੇ ਤਸ਼ੱਦਦ ਢਾਇਆ ਗਿਆ, ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦਾ ਬਾਲ ਬੱਚਾ। ਕਲਗੀਧਰ ਪਾਤਸ਼ਾਹ ਮਹਾਰਾਜ ਨੰਦੇੜ ਚਲੇ ਜਾਂਦੇ ਨੇ, ਉਥੋਂ ਫਿਰ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋੜ ਦਿੰਦੇ ਨੇ। ਜਿੰਨੀ ਦੇਰ ਤੱਕ ਬੰਦਾ ਸਿੰਘ ਬਹਾਦਰ ਪੰਜਾਬ ਨਹੀਂ ਆ ਜਾਂਦਾ, ਸਰਹੰਦ ਨਹੀਂ ਆ ਜਾਂਦਾ, ਉਨੀ ਦੇਰ ਤੱਕ ਸਰਹੰਦ ਦਾ ਨਾਮ ਸਰਹੰਦ ਰਿਹਾ। ਪਰ ਜਦੋਂ ਗੁਰੂ ਦਾ ਲਾਲ ਆ ਗਿਆ, ਗੁਰੂ ਦੇ ਖਾਲਸੇ ਦੀ ਕਮਾਂਡ ਦੇ ਵਿੱਚ ਆ ਗਿਆ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਗਈ। ਅੱਜ ਉਸ ਸਰਹੰਦ ਦਾ ਨਾਮ ਸਰਹੰਦ ਨਹੀਂ, ਅੱਜ ਉਸ ਸਰਹੰਦ ਦਾ ਨਾਮ ਕੀ ਹੈ? ਸ੍ਰੀ ਫਤਿਹਗੜ੍ਹ ਸਾਹਿਬ। ਇਦਾਂ ਦਾ ਸੁਹਾਗਾ ਫੇਰਿਆ, ਇਦਾਂ ਦਾ ਲੇਜ਼ਰ ਲੈਵਲ ਕੱਢ ਕੇ ਗੁਰੂ ਦੇ। ਉਦੋਂ ਤੇ ਸਾਡੇ ਬਜ਼ੁਰਗਾਂ ਦੇ ਕੋਲ ਗੁਰੂ ਸਵਾਰਿਓ ਇਹ ਕੇਵਲ ਬਲਦ ਸਨ, ਕੇਵਲ ਘੋੜੇ ਜਾਂ ਘੋੜੀਆਂ ਸਨ। ਉਹਨਾਂ ਨੇ ਆਪਣੇ ਵਡੇਰਿਆਂ ਦੇ ਉਸ ਸਿਧਾਂਤ ਨੂੰ ਕਾਇਮ ਰੱਖਿਆ ਵੀ ਇੱਥੋਂ ਦੇ ਲੋਕਾਂ ਨੇ ਸਾਡੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲੰਕੇ ਜਿਗਰਾਂ ਦੇ ਉੱਤੇ ਜ਼ੁਲਮ ਢਾਇਆ ਹੈ। ਇਸ ਸਰਹੰਦ ਦੀ ਧਰਤੀ ਨੇ, ਇਸ ਸਰਹੰਦ ਦੀ ਧਰਤੀ ਨੂੰ ਜਿਉਂਦੀ ਰਹਿਣ ਦਾ ਕੋਈ ਹੱਕ ਨਹੀਂ। ਇੱਥੋਂ ਦੇ ਲੋਕਾਂ ਨੇ ਵੀ ਹਾ ਦਾ ਨਾਰਾ ਨਹੀਂ ਸੀ ਮਾਰਿਆ। ਪਰ ਖਿਆਲ ਕਰਿਓ ਅੱਜ ਉਹੀ ਸਿਚੁਏਸ਼ਨ, ਸੇਮ ਸਿਚੁਏਸ਼ਨ ਜਿਹੜੀ ਦਿੱਲੀ ਬਣੀ ਹੋਈ ਆ। ਉਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਿੱਲੀ ਜਾਂਦੇ, ਸ਼ਹੀਦ ਹੁੰਦੇ, ਉਧਰ ਉਹਨਾਂ ਦੇ ਪੋਤਰੇ ਸਰਹੰਦ ਜਾਂਦੇ ਨੇ ਤੇ ਸ਼ਹੀਦ ਹੁੰਦੇ। ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪੈਦਾ ਕੀਤਾ ਹੋਇਆ ਖਾਲਸਾ, ਉਹ ਵੀ ਤੇ ਦਿੱਲੀ। ਕਿੰਨੇ ਗੁਰੂ ਦੇ ਲਾਲ ਸ਼ਹਾਦਤ ਸਾਜਾਂ ਪੀ ਗਏ।
इन्हां काले कानूनां दा विरोध करदिया जदों असीं चाहुंदे हां वो कहंदे तुहाडे भले वास्ते भाऊ सानू इन्हां दा भला नहीं चाहीदा, अपने कानून वापस ले लो, दैट्स इट, गल मुक्की, झगड़ा पार पिया। पर वो कहंदे तुहानू अडानियां ते अंबानियां दे कोल बेचना, जिउंदे जी ते माता धरत महत नूं असीं वेचण नहीं दिंदे जे असीं जिउंदे हां। हाँ सुभाਅ इदां दा जे वंडण ते आ जाइए ते सारा घर भी लुटा देने असीं, ते जे कोई साडे नाल गरारी फसा के आके तुहाडी वट ते पैर पाउणा भाओ ते भजदिआं नूं वाण इक्को जे, पैर नहीं धरन देईदा वट दे उत्ते। इदां दी अणख, इदां दी बहादुरी, इदां दी गैरत साडे गुरु साहिबान ने सानू बख्शी है। वै प्रगटिओ मर्द अगंबड़ा वरियाम अकेला, वाह वाह गोबिंद सिंह आपे गुर चेला। छोटी जी उम्र दे विच परजवंदी, पिता भी कुर्बान कर दिता, पुत भी कुर्बान कर दिते, खालसा पंथ नूं जवान कीता। अज असीं सोचदे हां साडे हक सेफ रह जाण, साडे धीआं पुत सेफ रह जाण, साडे परिवार नूं आंच ना आवे। मेरे कलगीधर पातशाह महाराज जी ने आख्या नहीं नहीं, मेरा परिवार सुखी बसे। हुण तुसीं आखोगे महाराज जी का परिवार किहड़ा? साहिबजादा अजीत सिंह, जुझार सिंह, जोरावर सिंह, फतेह सिंह नहीं, सुखी बसै मोरो परिवारा किहड़ा के? सेवक सिख सबै करतारा। हे करतार वाहिगुरु, आ तेरे जेडे सिख बनाए ने मैं, ये सुखी बसण, ये जेडे सिंह बनाए ने बालका, ये सुखी बसण। जे सच्चे पातशाह महाराज जी चाहते अजीत सिंह साहब नूं, जुझार सिंह साहब नूं, जोरावर सिंह साहब नूं, फतेह सिंह साहब नूं बचा सकते सन। चमकौर दी गढ़ी चों पर मालिक ने आख्या नहीं, मेरे नाल प्यारे भाई दया सिंह, धर्म सिंह ते मान सिंह जान के पहलों पुत तोरे। इदां ही जेकर धर्म दा बीज बीजना पहलों आप पहल करनी पऊगी। जदों खुद आप तुरांगे ना ते साडे मगर बाकी दा इमाम, बाकी दी जनता सुते सिद्ध आम मुहारे निकलूगी। ते कलगीधर पातशाह महाराज जी ने बचन किया, कहते गुरु दा सिख पहलों निम्रता वरतदा, हलीमी वरतदा, मीटिंग करदा, उन्हां दे नाल एक गलबात दा सिलसिला तोड़दा। पर जदों फिर कोई गलबात दे सिलसिले नूं ना समझे, फिर गुरु दे सिख दा जिहड़ा हथ है वो हथियार दे मुठे ते चले जाना चाहिए। किथे लिखिया दर्शन करवा दिया, चूंकार आज हमा हीलती दर गुजश्त, हलाल अस्त गुर्दन बा, शमशीर दस्त माल पीते रंग जेब। तू बड़ियां सौहां खादियां पर तू अपनियां सौहां दे उत्ते कायम नहीं। अज भी ते कहंदे ने, कहंदे कर दिंदे सुधार, घरां नूं चल जाओ। जे घरां नूं उठ के आ गए फिर कहंदे फिर नहीं कुछ भी होना। जे सवरना ते हुण तुसीं सुधार करदे हो, तुसीं सुधार करदे हो 2 घंटे च दिल्ली खाली करके उसे वक्त साडे कोल टाइम थोड़ी है। रेहां पाउण वालियां पईयां, खादां पाउण वालियां पईयां, स्प्रेयां करन वालियां पईयां, कई काम ने साडे घरां दे जिहड़े करन कोचरे ने। 2 घंटे नहीं घर चों निकल सकदे, 2 उसे वक्त टलियां खड़क जांदियां जी किथे हो। पर वेख लो कई महीने हो गए सानू घरों बेकार होया नूं, पर हकां वास्ते जेड़ा जेड़ा भी गुरु दा लाल है इन्हां काले कानूनां दा विरोध करे। विरोध इस करके नहीं कि उन्हां दे नहीं, विरोध इस करके कि मनुखता दे हक दे विच या तुसीं वेखदे हो तुहाडे शहर च वड्डे वड्डे मॉल बन गए ने, वड्डे वड्डे छोटे दुकानदार उन्हां दा काम ठप हो गया। निक्के दुकानदार, रेहड़ियां वाले, फड़ियां वाले, छोटे कारोबारी सजण काम उन्हां दा ठप मुक गया। इदां ही होना तुहाडे आले दुआले वड्डे वड्डे बाईपास निकल जाने, वड्डियां वड्डियां सड़कां, साडीआं ज़मीनां ते मॉल बन जाने। जेड़ा साग असीं ज़मींदार दी पैली चों मुफ्त पुट के लै आउंदे आ, तोड़ के लै आउंदे आ, गुरु सवारियो 100 रुपये नूं किलो मिलना डांडियां दे मॉल चों। जेड़ा गुड़ आप तुरे तुरे जाते हो तो इदा ही लै आने, गुरु सवारियो 500 रुपये नूं किलो मिलना उन्हां दे मॉल चों। नहीं तो वेख लियो, पर चक्कर इहदा आपां खुद आप बिगड़े। आलू आ नकमे कहंदे नूं थोड़ा साडे खेतां चों व्यापारी मूंह तक नहीं करदे जी सीधा, उन्हां आखो आलू कहंदे साडे कोल स्टॉक पिया
ਉਸੇ ਆਲੂ ਨੂੰ ਗੋਲ ਜਿਹਾ ਕੱਟ ਕੇ ਉਹਨੂੰ ਤਲ ਤੁਲ ਕੇ ਲਿਫਾਫੇ 'ਚ ਪਾ ਕੇ ਵੱਡੇ ਸਾਰੇ ਮਾਲ ਦੇ ਵਿੱਚ ਰੱਖ ਦੇਣ, ਅਸੀਂ ਚੁੱਪ ਕਰਕੇ ਉਹਨੂੰ ਚਿਪਸ ਸਮਝ ਕੇ ਖਰੀਦ ਕੇ ਘਰ ਨੂੰ ਲੈ ਆਉਂਦੇ ਹਨਾ। ਉਹ ਰੁਪਈਆ ਕਿਹਦੇ ਪਾਕਟ ਵਿੱਚ ਗਿਆ? ਵੱਡੇ ਸਰਮਾਏਦਾਰ ਧੜੱਲੇਦਾਰ ਲੋਕਾਂ ਦੇ। ਸਾਡੇ ਹੱਥ ਕੀ ਆਇਆ? ਉਹ ਬਸ 100 ਰੁਪਏ ਦਾ ਘੰਟਾ, 100 ਰੁਪਏ ਦੇ 50 ਕਿਲੋ 60 ਕਿਲੋ, ਬਸ ਉਹ ਇੱਕ ਬੰਨੇ 100 ਰੁਪਇਆ, ਇੱਕ ਬੰਨੇ 20 ਰੁਪਈਆਂ ਦਾ ਉਹ ਪੈਕਟ ਆ। ਉਸ ਪੈਕਟ ਦੇ ਵਿੱਚ ਅੱਧਿਓਂ ਵੱਧ ਹਵਾ ਭਰੀ ਪਈ ਆ। ਇਦਾਂ ਦੀ ਦੁਨੀਆ ਬਣ ਜਾਣੀ ਆ। ਪਰ ਅਸੀਂ ਵੀ ਤੇ ਉਸ ਚੀਜ਼ ਦੇ ਆਦੀ ਹੋ ਗਏ ਆ ਨਾ। ਸਾਡਾ ਵੀ ਸੁਭਾਅ ਬਣ ਗਿਆ, ਅਸੀਂ ਖੁਦ ਆਪ ਡੱਕਾ ਭੰਨ ਕੇ ਦੂਰਾ ਨਹੀਂ ਕਰਦੇ, ਕੰਮ ਨਹੀਂ ਕਰਦੇ। ਅਸੀਂ ਕਹਿੰਦੇ ਬਸ ਪੱਕੀਆਂ ਪਕਾਈਆਂ ਮਿਲ ਜਾਣ। ਮਾਲਕ ਇਦਾਂ ਦਾ ਮਰਦ ਸੀ, ਉਹ ਦਿੱਲੀ ਨਾਲ ਵੀ ਟਕਰਾ ਗਿਆ, ਉਹ ਲਾਹੌਰ ਨਾਲ ਵੀ ਟਕਰਾ ਗਿਆ। ਦਿੱਲੀ ਅੱਜ ਵੀ ਉਹੀ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਾਲ ਅੱਜ ਅਸੀਂ ਵੀ ਉਹੀ ਹਾਂ। ਜਿਹੜਾ ਅੰਮ੍ਰਿਤ ਉਸ ਗੁਰੂ ਦੇ ਲਾਲਾਂ ਨੇ ਛਕਿਆ ਸੀ, ਜਿਹੜੇ ਦਿੱਲੀ ਦਰਬਾਰ ਦੀਆਂ ਮੁਸ਼ਕਾਂ ਬੰਨ ਪਾਏ, ਉਹੀ ਅੰਮ੍ਰਿਤ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਛਕਾਇਆ। पांचों त्याग करके पांचों ही जेर कीने, पांचों पढ़ी थी बाणी, पांचों दिए ककारा। आपे हयात जिसका मुतलाशी था सिकंदर, जो इम्तिहान में उतरे उनको पिलाया। तसीर इस दुआ की अक्सीर ऐसी आई, मर्दों में जाने आई, चिड़ियों ने बाज मारा। यानी संतोख सिंह जी लिख दिया, शाये जाती एकता अनेकता बुलाए जाती होती कुचील तक इब्न कुरान की। पापी प्रपक जाते धर्म तसक जाते वर्ग गरत जाते साहित्य विधान की। देवी देव देवरे संतोख सिंगा दूर होते रीत मिट जाती कथा वेदन कुरान की। श्री गुरु गोबिंद सिंह पावन परम सूर मूर्त न होती जो पै जिस किरपा दे खजाने दे सदका हिंदुओं के घरां दे विच आरतियां हो रही हैं। उन्हां दे घरां विच गायत्री मंत्र दा जाप हो रहा है, उन्हां दे मंदिर ते शिव जवाले ने। ते जेकर गुरु सवारियों मालिक सच्चे पातशाह महाराज ईडा वड्डा करारा पंथ प्रगटना न कर दे, ना कहूं अब की ना कहूं तब की, अगर ना होते गोबिंद सिंह तो संगत होती सबकी बड़ी पीड़ होनी सी, बड़ा दुख मिलना सी। इत्थे सच्चे पातशाह महाराज जी दा परोपकार जिन्हां ने सानू अमृत दी दात दे के ते की किया, मर्द बच्चा जीना सिखा दिता, गैरत सिखा दी। और गैरत सिखाउण वास्ते महाराज जी ने अपने पुत्तां दा खून साडे शरीर दे विच इंजैक्ट कीता। जदों कोई चीज मर रही होवे ना, उन्होंने लहू की घाट होवे, उन्होंने फिर लहू चढ़ाया जाता ते लहू भी निकर। महाराज जी ने अपने लगते जिगरां दा लहू हिंदुस्तान दी मोई होई आत्मा दे विच इंजैक्ट कीता। फिर गुरु सवारियों बुड़कड़ियां मार मार के गुरु दे लाल उठे ते कहंदे सन, कट बंद बंद दे नेतियां ते टंग दे भट्टियां च झोक दे, आरियां नूं सौंप दे मेरी जवानी कट के मेरी जवानी बढ़ के। गावेगी और आगनी के धर्म पिछे बागली दशमेश के दुलारियां दी जिंद नूं सुकून है। कोई जुल्म कोई सितम सानू चुका सकता नहीं, क्योंकि साडे रगां विच कलगीधर दा खून समा पूरा हो गया। मेरे मर्द गंबड़े नीले दे शाह सवार धन गुरु गोबिंद सिंह महाराज जी दे प्रकाश गुरपुरब दीआं लख लख बधाइयां होण। आउण वाला समा बहुत ही स्वादला। गुरु दे प्यारे गुरु दे कीर्तनीय आप जी दे पास पहुंच चुके हैं। उन्होंने आप जी नूं कीर्तन दे द्वारा शशार करना मैनूं खुशी बख्श दिओ। मैं ठीक लगभग 2:30 बजे तरनताਰਨ साहिब जाके महाराज जी के स्थान के उत्ते हाजरी भरनी आ। उस तो उपरंत फिर शाम की हाजरी इतिहास की कथा की खडूर साहिब आ। उस तो बाद रात्रि का दीवान जिहड़ा नकोदर आ, महाराज ने इदां दा चक्कर भी साडा बना के रखिया। नत नथ खसम हाथ किरत थके दे, जान दाणी तां खाणी नानका सच है। दास पैदल शुक्रगुजार है गुरुद्वारा प्रबंधक कमेटी का, वीर हरपाल सिंह जी होना दा, सकत्तर साहब जी दा, सतगुरु जी दा, जिन्हां ने युरत दित्ती है सच बोलण दी। ते मैं अरदास भी करदा आप सब संगतां नूं सच सुणन दी भी युरत मिल जाए। सच बोलण वाले ने सच बोल देना, प्रशादा परोसण वाले ने ते परोस देना, पर छकण वाले ते डिपेंड करदा भी उन्हें छकना की है। बाबा की लिखदा, जी को खावे जी को पुंचे तिसका प्रयोदा हो। पीखे व्यंजन परोसन हारो, जिन भोजन कीनो ते तृप्तारो। थाल वेख्या
थाल वेख के गल नहीं बनी, उत्ते खीर सी, उत्ते लड्डू सन, उत्ते जलेबियां। जिन भोजन कीनो जिन्हां ने छक लिया, जे को खावे जे को पुंचै तिसका होए उधार उधार। उन्हां दा होना किन्ना दा सेवक सिख पूजन सब आवे सब गावे हर हर उत्तम बानी गावे सुनिया तिनका हर थाए पावे। जो सतगुर की आज्ञा